ਦੇ ਵਿੱਚ ਸੁਧਾਰ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਦਿੱਤੀ ਹਰੀ ਝੰਡੀ। ਸੜਕ ਸੁਰੱਖਿਆ ਫੋਰਸ ਨੂੰ ਵੀ ਦਿੱਤੀ ਮਨਜ਼ੂਰੀ। ਹਰ ਜ਼ਿਲ੍ਹੇ ਦੇ ਵਿੱਚ ਬਣੇਗਾ ਸ਼ਹੀਦੀ ਸਮਾਰਕ। ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਖੋਲ੍ਹੇਗੀ ਪੰਜਾਬ ਸਰਕਾਰ। ਪੰਜਾਬ 'ਚ 15 ਅਗਸਤ ਤੋਂ ਮਿਲੇਗਾ ਹੜ੍ਹ ਦੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ। ਮੁੱਖ ਮੰਤਰੀ ਮਾਨ ਪਟਿਆਲਾ ਤੋਂ ਚੈੱਕ ਵੰਡਣ ਦੀ ਕਰਨਗੇ ਸ਼ੁਰੂਆਤ। ਵਿਵਾਦ ਤੋਂ ਬਾਅਦ ਬਦਲਿਆ ਤਖ਼ਤ ਸ੍ਰੀ ਨਾਂਦੇੜ ਸਾਹਿਬ ਦਾ ਪ੍ਰਸ਼ਾਸਕ। ਵਿਜੇ ਸਤਵੀਰ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ। ਗੈਰ ਸਿੱਖ ਪ੍ਰਸ਼ਾਸਕ ਲਗਾਏ ਜਾਣ ਤੇ ਕੀਤਾ ਜਾ ਰਿਹਾ ਸੀ ਵਿਰੋਧ। ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਕ੍ਰਿਮੀਨਲ ਜਸਟਿਸ ਦੇ ਨਾਲ ਜੁੜੇ 3 ਕਾਨੂੰਨਾਂ ਦੇ ਵਿੱਚ ਬਦਲਾਅ ਦੇ ਲਈ ਪੇਸ਼ ਕੀਤਾ ਬਿੱਲ। ਹੁਣ ਨਾਬਾਲਗ ਦੇ ਨਾਲ ਰੇਪ ਤੇ ਮਿਲੇਗੀ ਮੌਤ ਦੀ ਸਜ਼ਾ। ਦੇਸ਼ ਧਰੋਹ ਦੀ ਧਾਰਾ ਵੀ ਕੀਤੀ ਜਾ ਰਹੀ ਹੈ ਖਤਮ। ਮਣੀਪੁਰ ਹਿੰਸਾ ਦੇ ਮੁੱਦੇ ਤੇ ਰਾਹੁਲ ਗਾਂਧੀ ਨੇ ਮੁੜ ਪ੍ਰਧਾਨ ਮੰਤਰੀ ਤੇ ਸਾਧੇ ਨਿਸ਼ਾਨੇ। ਕਿਹਾ ਮਣੀਪੁਰ ਨੂੰ ਬਚਾਉਣਾ ਨਹੀਂ ਸਾੜਨਾ ਚਾਹੁੰਦੇ ਨੇ ਪੀਐਮ। ਫੌਜ 2 ਦਿਨਾਂ ਦੇ ਵਿੱਚ ਠੀਕ ਕਰ ਸਕਦੀ ਹੈ ਹਾਲਾਤ। ਸਟੇਟ ਦਾ ਕਤਲ ਕੀਤਾ ਗਿਆ ਤੇ ਲੋਕ ਸਭਾ ਦੇ ਵਿੱਚ ਹੱਸ ਰਹੇ ਸਨ ਪ੍ਰਧਾਨ ਮੰਤਰੀ ਮੋਦੀ। ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ ਤੋਂ ਸਸਪੈਂਡ ਕੀਤੇ ਜਾਣ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕ ਤੱਕ ਸੰਗਰਾਮ। ਕਾਂਗਰਸ ਨੇ ਪਾਰਲੀਮੈਂਟ ਦੇ ਬਾਹਰ ਕੀਤਾ ਰੋਸ ਮਾਰਚ। ਸੋਨੀਆ ਤੇ ਰਾਹੁਲ ਗਾਂਧੀ ਵੀ ਹੋਏ ਸ਼ਾਮਿਲ। ਆਪ ਸੰਸਦ ਰਾਘਵ ਚੱਡਾ ਰਾਜ ਸਭਾ ਤੋਂ ਸਸਪੈਂਡ। ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਰਹਿਣਗੇ ਸਸਪੈਂਡ। ਸੰਜੇ ਸਿੰਘ ਦੀ ਸਸਪੈਂਸ਼ਨ ਵੀ ਬਰਕਰਾਰ। ਰਾਘਵ ਚੱਡਾ ਬੋਲੇ ਕਿ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਸਵਾਲ ਕਰਨਾ ਹੀ ਮੇਰਾ ਗੁਨਾਹ ਹੈ। ਪੰਜਾਬ 'ਚ ਜਲਦ ਹੋਣਗੀਆਂ ਪੰਚਾਇਤ ਚੋਣਾਂ। ਗ੍ਰਾਮ ਪੰਚਾਇਤਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਭੰਗ। 31 ਦਸੰਬਰ ਤੋਂ ਪਹਿਲਾਂ ਚੁਣੀਆਂ ਜਾਣਗੀਆਂ ਪਿੰਡਾਂ ਦੀਆਂ ਪੰਚਾਇਤਾਂ। 25 ਨਵੰਬਰ ਤੋਂ ਪਹਿਲਾਂ ਹੋਣਗੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੇ ਇਲੈਕਸ਼ਨ। ਸਾਲ 2005 ਦੇ 2 ਮਾਮਲਿਆਂ ਦੇ ਵਿੱਚ ਜਗਤਾਰ ਹਵਾਰਾ ਦੇ ਖਿਲਾਫ ਚਾਰਜ ਫਰੇਮ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੇਸ਼ ਦੇ ਖਿਲਾਫ ਜੰਗ ਛੇੜਨ ਤੇ ਐਕਸਪਲੋਸਿਵ ਐਕਟ ਦੇ ਤਹਿਤ ਦੋਸ਼ ਆਇਦ ਕੀਤੇ। ਨਿਊਜ਼ 18 ਦੇ ਰਾਈਜ਼ਿੰਗ ਇੰਡੀਆ ਸਸ਼ਕਤ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ। ਰਾਸ਼ਟਰਪਤੀ ਬੋਲੇ ਨਿਊਜ਼ 18 ਦਾ ਇਹ ਸ਼ੋਅ ਦੱਸਦਾ ਹੈ ਕਿ ਅਸੀਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਯੁੱਗ ਦੇ ਵਿੱਚ ਹੋ ਚੁੱਕੀਆਂ ਸ਼ਾਮਿਲ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਪੰਜਾਬ ਕੈਬਨਿਟ ਦੇ ਫੈਸਲਿਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਕੈਬਨਿਟ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਸ਼ਾਸਨ ਦੇ ਵਿੱਚ ਸੁਧਾਰ ਦੇ ਲਈ AI ਦੀ ਵਰਤੋਂ ਹੋਵੇਗੀ। ਕੈਬਨਿਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਫੋਰਸ ਨੂੰ ਵੀ ਮਨਜ਼ੂਰੀ ਦਿੱਤੀ ਹੈ। ਹਰ ਜ਼ਿਲ੍ਹੇ ਦੇ ਵਿੱਚ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ। ਵੱਡੇ ਪਾਰਕ ਦੇ ਵਿੱਚ ਸ਼ਹੀਦੀ ਸਮਾਰਕ ਬਣੇਗਾ। ਉੱਥੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਵੀ ਖੁੱਲ੍ਹੇਗਾ। ਦਰਅਸਲ ਜਿਹੜੇ ਕਿ ਯਾਤਰੀ ਵਿਦੇਸ਼ ਤੋਂ ਦਿੱਲੀ ਪਹੁੰਚਦੇ ਨੇ, ਏਅਰਪੋਰਟ ਤੇ ਪਹੁੰਚਦੇ ਨੇ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਵਿਚਾਲੇ ਸਰਕਾਰ ਦੇ ਵੱਡਾ ਫੈਸਲਾ ਲਿਆ ਗਿਆ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਜੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤੇ ਉਸ ਦਿੱਕਤ ਨੂੰ, ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ। ਉੱਥੇ ਕੈਬਨਿਟ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸ਼ਾਸਨ ਦੇ ਵਿੱਚ ਸੁਧਾਰ ਦੇ ਲਈ ਹੁਣ AI ਦੀ ਵਰਤੋਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਇਹ ਵੱਡੀ ਜਾਣਕਾਰੀ ਦਿੱਤੀ ਹੈ। ਉੱਥੇ ਸੜਕ ਸੁਰੱਖਿਆ ਫੋਰਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਉਂਕਿ ਹਾਈਵੇਜ਼ ਤੇ ਜਿਹੜੇ ਹੋਰ ਰੋਡ ਨੇ ਉਹਨਾਂ ਤੇ ਜਿਹੜੀ ਪੂਰੀ ਸੁਰੱਖਿਆ ਤੈਨਾਤ ਕੀਤੀ ਜਾਵੇਗੀ, ਫੋਰਸ ਤੈਨਾਤ ਕੀਤੀ ਜਾਵੇਗੀ ਤਾਂ ਜੋ ਜਿਹੜੇ ਵੱਡੇ ਪੱਧਰ ਤੇ ਸੜਕ ਹਾਦਸੇ ਵਾਪਰਦੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਸ ਨੂੰ ਰੋਕਣ ਵਾਸਤੇ ਇਸੇ ਮਕਸਦ ਦੇ ਨਾਲ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹਨੂੰ ਪੰਜਾਬ ਦੇ ਅੰਦਰ ਲਿਆਂਦਾ ਜਾਵੇ ਔਰ ਡਿਫਰੈਂਟ ਡਿਪਾਰਟਮੈਂਟਸ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ, ਅੱਛੇ ਢੰਗ ਨਾਲ ਚਲਾਉਣ ਦੇ ਲਈ ਉਹਨੂੰ ਅਸੀਂ ਬੜੀ ਜਲਦੀ ਜਿਹੜਾ ਇੰਟਰੋਡਿਊਸ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਫਾਈਨਾਂਸ ਦੇ ਅੰਦਰ, ਐਜੂਕੇਸ਼ਨ ਦੇ ਅੰਦਰ, ਜਿਹੜਾ ਆਪਣਾ ਮੈਡੀਕਲ ਸਹੂਲਤਾਂ ਦੇ ਅੰਦਰ, ਬੇਸਿਕ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਦਰ, ਇਹ ਸਾਰੇ ਹੈਡ ਦੇ ਅੰਦਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਆਵਾਂਗੇ। ਪੰਜਾਬ ਮੈਂ ਸਮਝਦਾ ਇੱਥੇ ਵੀ ਇੱਕ ਪਹਿਲਾ ਸੂਬਾ ਬਣਿਆ ਦੇਸ਼ ਦੇ ਅੰਦਰ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਆਵਾਂਗੇ ਤਾਂ ਕਿ ਪੰਜਾਬ ਦੇ ਵਿੱਚ ਸੁਚਾਰੂ ਢੰਗ ਨਾਲ, ਬੜੇ ਅੱਛੇ ਢੰਗ ਨਾਲ ਜਿਹੜਾ ਹੈਗਾ ਉਹ ਕੰਮ ਹੋ ਸਕੇ। ਇੱਕ ਜਿਹੜਾ ਸੈਂਟਰ ਆ ਉਹ ਏਅਰਪੋਰਟ ਦੇ ਉੱਤੇ ਖੋਲ੍ਹਿਆ ਜਾ ਰਿਹਾ ਹੈਗਾ ਤਾਂ ਕਿ ਜਦੋਂ ਕੋਈ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਦਾ ਸ਼ਿਕਾਰ ਜਿਹੜਾ ਉਹ ਸਾਡੇ ਦੇਸ਼ ਦੇ, ਸਾਡੇ ਸੂਬੇ ਦੇ ਲੋਕਾਂ ਨੂੰ ਨਾ, ਪੰਜਾਬ ਦਾ ਏਅਰਪੋਰਟ ਅਸੀਂ ਉੱਥੇ ਖੋਲਾਂਗੇ, ਬਣਾਵਾਂਗੇ ਤਾਂ ਕਿ ਸਾਡੇ ਜਿੰਨੇ ਵੀ ਨਾਗਰਿਕ ਜਿਹੜੇ ਨੇ ਫੋਰਨ 'ਚ ਗਏ ਹੋਏ ਨੇਗੇ, ਹੈ ਜੀ, नहीं नहीं एक एयरपोर्ट इंटरनेशनल एयरपोर्ट से दिल्ली से खोलेंगे
ਤਾਂ ਕਿ ਜਿਹੜਾ ਸੈਂਟਰ ਆ ਉਹਦੇ ਸਾਨੂੰ ਸਾਰੀਆਂ ਸਹੂਲਤਾਂ ਮਿਲ ਸਕਣ। ਜਿਹੜੇ ਸਾਡੇ ਫਰੀडम ਫਾਈਟਰ ਨੇਗੇ, ਜਿਹੜੇ ਸਾਡੇ ਸ਼ਹੀਦ ਨੇ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇਗੀਆਂ, ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਲਗਾਤਾਰ ਦੇਸ਼ ਦੇ ਅੰਦਰ, ਚਾਹੇ ਕਾਰਗਿਲ ਦੇ ਸ਼ਹੀਦ ਨੇ ਜਾਂ ਦੇਸ਼ ਦੇ ਅੰਦਰ ਕਿਸੇ ਵੀ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਅਸੀਂ ਜ਼ਿਲ੍ਹਾ ਲੈਵਲ ਦੇ ਉੱਤੇ ਸਮਾਰਕ ਬਣਾਵਾਂਗੇ ਤਾਂ ਕਿ ਉਹਨਾਂ ਤੋਂ ਅਸੀਂ ਪ੍ਰੇਰਣਾ ਲੈ ਕੇ ਦੇਸ਼ ਦੇ ਲਈ, ਸਟੇਟ ਦੇ ਲਈ ਲੜ ਸਕੀਏ। ਉਹ ਡਿਸਟ੍ਰਿਕਟ ਲੈਵਲ ਤੇ ਕੋਈ ਸਮਾਰਕ ਬਣਨਗੇ ਔਰ ਜਿਨ੍ਹਾਂ ਵਿੱਚ ਸਭ ਦਾ ਇੱਕ ਅੱਛੇ ਤਰੀਕੇ ਦੇ ਨਾਲ ਯਾਦਗਾਰ ਬਣੂਗੀ, ਜਿਹਦੇ ਵਿੱਚ ਸਾਰਾ ਰਿਕਾਰਡ ਉੱਥੇ ਸੰਭਾਲਿਆ। ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਔਰ ਜਿਸ ਦੇ ਅੰਦਰ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਇੱਕ ਜਿਹੜੀ ਵੈਨ ਮਿਲੂਗੀ, ਇੱਕ ਅਤੀ ਆਧੁਨਿਕ ਜਿਹੜਾ ਕੈਮਰਿਆਂ ਦੇ ਨਾਲ, ਅਤੀ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਇੱਕ ਵਹੀਕਲ ਹੋਊਗਾ, ਜਿਹੜਾ ਲਗਾਤਾਰ ਉਸ ਇਲਾਕੇ ਦੇ ਅੰਦਰ, ਉਸ ਹਾਈਵੇ ਦੇ ਉੱਤੇ ਪੈਟਰੋਲਿੰਗ ਕਰੂਗਾ ਔਰ ਜਿਹੜੀ ਵੀ ਅਣਸੁਖਾਵੀ ਘਟਨਾ ਵਾਪਰੂਗੀ, ਜਿਹੜਾ ਵੀ ਕੋਈ ਐਕਸੀਡੈਂਟ ਹੁੰਦਾਗਾ, ਉਹ ਐਕਸੀਡੈਂਟ ਦੇ ਮਰੀਜ਼ਾਂ ਨੂੰ ਉਠਾਉਣ ਦੇ ਲਈ ਉਹ ਇੱਕ ਯਤਨ ਕਰੂਗੀ ਔਰ ਇਹਦੇ ਉੱਤੇ ਲਗਭਗ 30 ਕਰੋੜ ਜਿਹੜੇ ਪੈਸੇ ਨੇ ਉਹ ਆਉਣ ਦਾ ਅਨੁਮਾਨ ਆ, ਉਹ ਅਸੀਂ ਜਾਰੀ ਕਰ ਚੁੱਕੇ ਨੇ ਔਰ ਪਹਿਲੀ ਜਿਹੜੀ ਇਹਦੀ ਆ, ਅਸੀਂ 1500 ਜਵਾਨ ਜਿਹੜੇ ਨੇਗੇ ਪਹਿਲੇ ਅਟੈਂਪਟ ਤੋਂ, ਜੋ ਫਸਟ ਜਿਹੜਾ ਸਾਡਾ। ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ। ਪੰਜਾਬ ਦੇ ਵਿੱਚ 15 ਅਗਸਤ ਤੋਂ ਮੁਆਵਜ਼ਾ ਮਿਲੇਗਾ। ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ। ਮੁੱਖ ਮੰਤਰੀ ਮਾਨ ਪਟਿਆਲਾ ਤੋਂ ਚੈੱਕ ਵੰਡਣ ਦੀ ਸ਼ੁਰੂਆਤ ਕਰਨਗੇ। 15 ਅਗਸਤ ਤੱਕ ਗਿਰਦਾਵਰੀ ਪੂਰੀ ਹੋ ਜਾਵੇਗੀ। ਕੈਬਨਿਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਕਿਹਾ ਗਿਆ ਕਿ 15 ਅਗਸਤ ਤੱਕ ਗਿਰਦਾਵਰੀ ਪੂਰੀ ਹੋ ਜਾਵੇਗੀ ਤੇ ਸੀਐਮ ਨੇ ਸਪੈਸ਼ਲ ਗਿਰਦਾਵਰੀ ਦਰਅਸਲ ਹੁਕਮ ਦਿੱਤੇ ਸਨ। 15 ਤਰੀਕ ਤੱਕ ਕਿਹਾ ਗਿਆ ਸੀਗਾ ਕਿ ਗਿਰਦਾਵਰੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ 'ਚ ਮੁਆਵਜ਼ਾ ਦਿੱਤਾ ਜਾਵੇਗਾ, ਕਿਉਂਕਿ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਕਈ ਲੋਕਾਂ ਦੇ ਜਿਹੜੇ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਇਹਨਾਂ ਹੜ੍ਹਾਂ ਦੇ ਕਾਰਨ। ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਵੱਲੋਂ ਗਿਰਦਾਵਰੀ ਦੇ 15 ਅਗਸਤ ਤੱਕ ਆਦੇਸ਼ ਦਿੱਤੇ ਜਾਂਦੇ ਤੇ ਹੁਣ ਕੈਬਨਿਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਮਾਨ ਪਟਿਆਲਾ ਤੋਂ ਚੈੱਕ ਵੰਡਣ ਦੀ ਸ਼ੁਰੂਆਤ ਕਰਨਗੇ। 15 ਅਗਸਤ ਤੱਕ ਜਿਹੜੀ ਗਿਰਦਾਵਰੀ ਪੂਰੀ ਹੋ ਜਾਵੇਗੀ ਤੇ ਉਸ ਤੋਂ ਬਾਅਦ ਹੁਣ 15 ਅਗਸਤ ਤੋਂ ਪ੍ਰਭਾਵਿਤ ਲੋਕਾਂ ਨੂੰ, ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਜਿਹੜਾ ਵੀ ਨੁਕਸਾਨ ਪੰਜਾਬ ਦੇ ਅੰਦਰ ਹੋਇਆਗਾ ਉਹਦੀ ਗਿਰਦਾਵਰੀ ਕਰਾਉਣ ਦੇ ਹੁਕਮ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਾਰੀ ਕੀਤੇ ਸੀਗੇ। ਉਹਦੀ ਰਿਪੋਰਟ ਜਿਹੜੀ ਆ ਉਹ 15 ਅਗਸਤ ਨੂੰ ਫਾਈਨਲ ਡੇ ਆ ਦਾ। 15 ਅਗਸਤ ਤੋਂ ਪਹਿਲਾਂ ਜਿਹੜੀਆਂ ਰਿਪੋਰਟਾਂ ਆ ਜਾਣਗੀਆਂ ਔਰ 15 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਟਿਆਲਾ ਦੇ ਅੰਦਰ ਹੜ੍ਹ ਪੀੜਤਾਂ ਦਾ ਜਿਹੜੀ ਸਹਾਇਤਾ ਹੈਗੀ ਉਹਨੂੰ ਪਹਿਲਾ ਜਿਹੜਾ ਹੈਗਾ ਉੱਥੇ ਆ ਕੇ ਤਕਸੀਮ ਕਰਨਗੇ। ਚੈੱਕ ਜਿਹੜੇ ਨੇ ਉਹ ਦਿੱਤੇ ਜਾਣਗੇ ਔਰ ਇਹਦੀ ਸ਼ੁਰੂਆਤ ਜਿਹੜੀ ਆ 15 ਅਗਸਤ ਪਟਿਆਲੇ ਤੋਂ ਹੋਊਗੀ ਔਰ ਜਿੱਦਾਂ ਉਹ ਪ੍ਰੋਸੈਸ ਕੰਪਲੀਟ ਹੋ ਕੇ ਹੁੰਦਾ ਆਊਗਾ ਉਸੇ ਤਰ੍ਹਾਂ ਅਸੀਂ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੇ ਬਿਗਲ ਦੀ। ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਬਿਗਲ ਪੰਜਾਬ ਦੇ ਵਿੱਚ ਵੱਜਣ ਵਾਲਾ ਹੈ। ਪੰਚਾਇਤਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਭੰਗ ਕਰਨ ਦਾ ਐਲਾਨ ਅੱਜ ਸੂਬਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਦਾ ਇਹੀ ਉਹ ਹੁਕਮ ਹੈ ਜਿਸ ਨੇ ਛੋਟੀ ਸਰਕਾਰ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਇਸ ਦਸਤਾਵੇਜ਼ ਦੇ ਨਾਲ ਹੀ ਸੂਬੇ ਵਿੱਚ ਦਸੰਬਰ ਤੱਕ ਪਿੰਡਾਂ ਦੇ ਵਿੱਚ ਨਵੀਂ ਸਰਕਾਰ ਹੋਵੇਗੀ। 13,241 ਗ੍ਰਾਮ ਪੰਚਾਇਤਾਂ, 22 ਜ਼ਿਲ੍ਹਾ ਪਰਿਸ਼ਦ, 150 ਪੰਚਾਇਤ ਸਮਿਤੀਆਂ ਭੰਗ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਇਹਨਾਂ ਛੋਟੀਆਂ ਸਰਕਾਰਾਂ ਦੇ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਰਕਾਰ ਵੱਲੋਂ ਜੋ ਤਿਆਰੀ ਕੀਤੀ ਗਈ ਹੈ ਉਸ ਦੇ ਮੁਤਾਬਿਕ ਦਸੰਬਰ ਤੱਕ ਪਿੰਡਾਂ ਵਿੱਚ ਨਵੀਂ ਸਰਕਾਰ ਹੋਵੇਗੀ। ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਭੰਗ ਹੋਈਆਂ ਨੇ। ਜਿੱਥੇ 31 ਦਸੰਬਰ ਤੋਂ ਪਹਿਲਾਂ ਗ੍ਰਾਮ ਪੰਚਾਇਤ ਚੋਣਾਂ ਹੋਣਗੀਆਂ, ਉੱਥੇ 25 ਨਵੰਬਰ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਣਗੀਆਂ। ਨਗਰ ਨਿਗਮ, ਪੰਚਾਇਤੀ ਚੋਣਾਂ, ਜ਼ਿਲ੍ਹਾ ਪਰਿਸ਼ਦ ਚੋਣਾਂ, ਸਾਰੀਆਂ ਚੋਣਾਂ ਜਿਹੜੀਆਂ ਨੇਗੀਆਂ ਇਸੇ ਸਾਲ ਦੇ ਅੰਦਰ ਅਸੀਂ ਮੁਕੰਮਲ ਕਰਾ ਲਵਾਂਗੇ। ਉਹਦੇ ਲਈ ਅਸੀਂ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ, ਸਾਰੀਆਂ ਚੋਣਾਂ ਜਿੰਨੀਆਂ ਵੀ ਪੈਂਡਿੰਗ ਪਈਆਂ ਅਸੀਂ ਪੰਜਾਬ ਦੇ ਅੰਦਰ ਕਰਾਵਾਂਗੇ। ਕਿਉਂਕਿ ਲੋਕਤੰਤਰ ਜਿਹੜਾ ਹੈਗਾ, ਲੋਕਤੰਤਰ ਦੀ ਖੂਬਸੂਰਤੀ, ਮਜ਼ਬੂਤੀ ਇਸੇ ਗੱਲ ਦੀ ਆ ਕਿ ਇੱਕ ਪੰਚ ਤੋਂ ਲੈ ਕੇ ਕੋਈ ਵੀ ਸੀਟ ਜਿਹੜੀ ਆਪਾਂ ਮੈਂਬਰ ਪਾਰਲੀਮੈਂਟ ਤੱਕ ਖਾਲੀ ਨਹੀਂ ਰਹਿਣੀ ਚਾਹੀਦੀ। ਉਹਦੇ ਲਈ ਬਿਲਕੁਲ ਅਸੀਂ ਤਿਆਰ ਹਾਂ, ਸਰਕਾਰ ਤਿਆਰ ਹੈ। ਸੋ ਕੁੱਲ ਮਿਲਾ ਕੇ 2024 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਛੋਟੀਆਂ ਸਰਕਾਰਾਂ ਦੀਆਂ ਚੋਣਾਂ ਦੇ ਰਾਹੀਂ ਟੈਸਟਿੰਗ ਹੋਵੇਗੀ ਸੂਬਾ ਸਰਕਾਰ ਦੇ ਕੰਮਾਂ ਦੀ ਅਤੇ ਵਿਰੋਧੀ ਧਿਰਾਂ ਦੀਆਂ ਇਲਜ਼ਾਮ ਤਰਾਸ਼ੀਆਂ ਦੀ। 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਪੰਚਾਇਤ ਚੋਣਾਂ ਅਤੇ ਪਰਿਸ਼ਦ ਚੋਣਾਂ ਸਰਕਾਰ ਦੇ ਲਈ ਇੱਕ ਇਮਤਿਹਾਨ ਦੀ ਘੜੀ ਹੋਏਗੀ। ਲੋਕ ਕਿਸ ਤਰੀਕੇ ਦੇ ਨਾਲ ਫਤਵਾ ਜਾਰੀ ਕਰਦੇ ਨੇ। ਦੂਜੇ ਪਾਸੇ
ਨਗਰ ਨਿਗਮ ਦੀਆਂ ਚੋਣਾਂ ਹੋਣ ਜਾਂ ਨਗਰ ਪੰਚਾਇਤ ਦੀਆਂ ਚੋਣਾਂ ਹੋਣ, ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਸਿੰਬਲ ਤੇ ਲੜੇਗੀ ਜਾਂ ਬਿਨਾਂ ਸਿੰਬਲ ਤੋਂ ਲੜੇਗੀ ਅਜੇ ਤੱਕ ਤੈਅ ਨਹੀਂ ਕੀਤਾ। ਲੇਕਿਨ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਨਾਲ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ। ਲੇਕਿਨ 13 ਸੀਟਾਂ ਅਗਰ ਜਿੱਤਣੀਆਂ ਹੈ ਤਾਂ ਪੇਂਡੂ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਕਿੰਨੀ ਮਜ਼ਬੂਤ ਹੋਈ ਹੈ ਇਹ ਚੋਣਾਂ ਸਾਬਤ ਕਰਨਗੀਆਂ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮੋਦੀ ਸਰਕਾਰ ਦੇ ਵੱਡੇ ਕਦਮ ਦੀ। ਆਈਪੀਸੀ, ਸੀਆਰਪੀਸੀ ਤੇ ਆਈਈਏ ਦੇ ਵਿੱਚ ਵੱਡੇ ਪੈਮਾਨੇ ਦੇ ਵਿੱਚ ਬਦਲਾਅ ਕੀਤੇ ਗਏ ਨੇ। ਕ੍ਰਿਮੀਨਲ ਜਸਟਿਸ ਦੇ ਨਾਲ ਜੁੜੇ 3 ਕਾਨੂੰਨਾਂ ਦੇ ਵਿੱਚ ਬਦਲਾਅ ਦੇ ਲਈ ਬਿੱਲ ਪੇਸ਼ ਕੀਤਾ ਗਿਆ। ਅਮਿਤ ਸ਼ਾਹ ਨੇ ਲੋਕ ਸਭਾ ਦੇ 3 ਬਿੱਲ ਪੇਸ਼ ਕੀਤੇ ਨੇ। ਆਈਪੀਸੀ ਨੂੰ ਹੁਣ ਭਾਰਤੀ ਨਿਆਇਕ ਸੰਹਿਤਾ ਕਿਹਾ ਜਾਵੇਗਾ। ਸੀਆਰਪੀਸੀ ਨੂੰ ਹੁਣ ਭਾਰਤੀ ਨਾਗਰਿਕ ਸੰਹਿਤਾ ਕਿਹਾ ਜਾਵੇਗਾ। ਅੰਗਰੇਜ਼ਾਂ ਦੇ ਬਣਾਏ 3 ਕਾਨੂੰਨ ਬਦਲੇ ਜਾਣਗੇ। ਅਮਿਤ ਸ਼ਾਹ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਹੁਣ ਨਹੀਂ ਚੱਲਣਗੇ। ਕਾਨੂੰਨ ਦਾ ਮਕਸਦ ਸਾਰਿਆਂ ਨੂੰ ਨਿਆਂ ਦੇਣਾ ਹੈ। ਨਾਬਾਲਗ ਦੇ ਨਾਲ ਰੇਪ ਕਰਨ ਤੇ ਮੌਤ ਦੀ ਸਜ਼ਾ ਹੋਵੇਗੀ। ਰੇਪ ਦੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਹੋਵੇਗੀ। ਮੌਬ ਲਿੰਚਿੰਗ ਤੇ ਵੀ ਕਾਨੂੰਨ ਬਣਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਵੀ ਕਿਹਾ ਗਿਆ ਕਿ ਮੌਬ ਲਿੰਚਿੰਗ ਤੇ ਵੀ ਕਾਨੂੰਨ ਬਣਾਇਆ ਜਾਵੇਗਾ। 180 ਦਿਨਾਂ ਦੇ ਵਿੱਚ ਜਾਂਚ ਖਤਮ ਕਰਨੀ ਹੋਵੇਗੀ। 9 ਧਾਰਾਵਾਂ ਨੂੰ ਬਦਲਿਆ ਤੇ ਹਟਾਇਆ ਗਿਆ। ਬਦਲਾਅ ਤੋਂ ਬਾਅਦ 533 ਧਾਰਾਵਾਂ ਰਹਿ ਜਾਣਗੀਆਂ। ਕਾਨੂੰਨ ਦੇ ਵਿੱਚ 475 ਥਾਵਾਂ ਤੇ ਗੁਲਾਮੀ ਦੀ ਨਿਸ਼ਾਨੀ ਸੀ। ਹਾਈ ਕੋਰਟ ਦੇ ਜੱਜਾਂ ਤੇ ਸੁਪਰੀਮ ਕੋਰਟ ਤੋਂ ਸੁਝਾਅ ਲਏ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਹਾਈ ਕੋਰਟ ਦੇ ਜੱਜਾਂ ਤੇ ਸੁਪਰੀਮ ਕੋਰਟ ਤੋਂ ਸੁਝਾਅ ਵੀ ਲਏ ਗਏ ਨੇ। ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਲੋਕ ਸਭਾ ਦੇ ਵਿੱਚ 3 ਬਿੱਲ ਪੇਸ਼ ਕੀਤੇ ਨੇ। ਆਈਪੀਸੀ ਨੂੰ ਹੁਣ ਭਾਰਤੀ ਨਿਆਇਕ ਸੰਹਿਤਾ ਕਿਹਾ ਜਾਵੇਗਾ। ਉੱਥੇ ਸੀਆਰਪੀਸੀ ਨੂੰ ਹੁਣ ਭਾਰਤੀ ਨਾਗਰਿਕ ਸੰਹਿਤਾ ਕਿਹਾ ਜਾਵੇਗਾ। ਅੰਗਰੇਜ਼ਾਂ ਦੇ ਬਣਾਏ 3 ਕਾਨੂੰਨ ਬਦਲੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਜਿਹੜੇ ਅੰਗਰੇਜ਼ਾਂ ਦੇ ਵੇਲੇ ਦਰਅਸਲ 3 ਕਾਨੂੰਨ ਬਣਾਏ ਗਏ ਸਨ, ਉਹਨਾਂ ਕਾਨੂੰਨਾਂ ਨੂੰ ਹੁਣ ਬਦਲਿਆ ਜਾਵੇਗਾ। ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ। ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਹੁਣ ਨਹੀਂ ਚੱਲਣਗੇ। भारतीय नागरिक सुरक्षा संहिता जो सीआरपीसी को रिप्लेस करेगी, इसमें अब 533 धाराएं बचेगी। 160 धाराओं को बदल दिया गया है। 9 धाराएं नई जोड़ी गई है और 9 धाराओं को निरस्त किया गया है। भारतीय न्याय संहिता जो आईपीसी को रिप्लेस करेगी, इसमें अब पहले 511 धाराएं थी, इसकी जगह 356 धाराएं होगी। 175 धाराओं में बदलाव हुआ है। 8 नई धाराएं जोड़ी गई है और 22 धाराएं निरस्त कर दी गई। भारतीय साक्ष्य अधिनियम जो एविडेंस एक्ट को रिप्लेस करेगा, इसमें 170 धाराएं होगी, पहले 167 थी। 23 धाराओं में बदलाव किया है। 1 धारा नई जोड़ी गई है और 5 धाराएं निरस्त की है। मान्यवर, मैं सदन को बताना चाहता हूं, ये तीनों कानूनों में गुलामियों की निशानी से भरे हुए कानून। सबसे पहले तो इसको ब्रिटेन की पार्लियामेंट ने पारित किया था, हमने अडॉप्ट किया था, यहीं से शुरुआत होती। परंतु इसके अलावा आज भी जो कानून आज इससे निरस्त होंगे, जब सदन पारित करेगा, तब वो कानूनों के अंदर कुछ शब्द थे मैं जरूर कहना चाहता हूं, जिससे हमें मालूम पड़ेगा कि 75 साल तक हम किस कानूनों के आधार पर क्रिमिनल जस्टिस सिस्टम को चलाए हैं। पार्लियामेंट ऑफ यूनाइटेड किंगडम का जिक्र है, प्रोविंशियल एक्ट का जिक्र है, नोटिफिकेशन बाय द क्राउन रिप्रेजेंटेटिव का जिक्र है, लंदन गैजेट का जिक्र है, ज्यूरी और बैरिस्टर का जिक्र है जो हमारे यहाँ कब के चले गए, लाहौर गवर्नमेंट का जिक्र है, कॉमनवेल्थ के प्रस्ताव का जिक्र है, यूनाइटेड किंगडम ऑफ ग्रेट ब्रिटेन एंड आयरलैंड पार्लियामेंट का जिक्र है, हर मेजेस्टी और बाय द प्रीवी काउंसिल, ऐसे हर जगह रेफरेंस दिए हुए हैं। कॉपीज एंड एक्सट्रैक्ट्स कंटेंट इन द लंदन गैजेट, इसके आधार पर एक कानून को बनाया गया है। पोजेशन ऑफ द ब्रिटिश क्राउन, इसका भी जिक्र आज भी है। कोर्ट ऑफ जस्टिस इन इंग्लैंड, इसका भी जिक्र 33 से ज़्यादा जगहों पे है। हर मैजेस्टी डोमिनियंस का इस अधिनियम के अंदर ढेर सारे जिक्र है। टोटल 475 जगह ये गुलामी की निशानियों को समाप्त कर आज हमने एक नया कानून मान्यवर किया।
ਉਧਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਹਮਲਾ ਬੋਲਿਆ। ਮਣੀਪੁਰ ਤੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਸਵਾਲ ਚੁੱਕੇ ਗਏ ਨੇ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪੀਐਮ ਮਣੀਪੁਰ ਨੂੰ ਸਾੜਨਾ ਚਾਹੁੰਦੇ ਨੇ, ਬਚਾਉਣਾ ਨਹੀਂ ਚਾਹੁੰਦੇ। ਫੌਜ 2 ਦਿਨ ਦੇ ਵਿੱਚ ਮਣੀਪੁਰ ਦੇ ਹਾਲਾਤ ਠੀਕ ਕਰ ਸਕਦੀ ਹੈ। ਸਟੇਟ ਦਾ ਕਤਲ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਹੱਸ ਰਹੇ ਨੇ। ਉੱਥੇ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮਣੀਪੁਰ ਜਾ ਨਹੀਂ ਸਕਦੇ ਤਾਂ ਬਿੱਲ ਤਾਂ ਬੋਲ ਤਾਂ ਸਕਦੇ ਨੇ। ਸੋ ਰਾਹੁਲ ਗਾਂਧੀ ਦੇ ਵੱਲੋਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨੂੰ, ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ। ਸਿੱਧੇ ਤੌਰ ਤੇ ਮਣੀਪੁਰ ਹਿੰਸਾ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਚਾਹਵੇ ਤਾਂ ਜੇਕਰ ਆਰਮੀ ਲਗਾ ਦਿੱਤੀ ਜਾਵੇ ਤਾਂ 2 ਦਿਨ ਦੇ ਵਿੱਚ ਪੂਰੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਪੂਰੀ ਸਥਿਤੀ ਜਿਹੜੀ ਕੰਟਰੋਲ ਹੋਵੇ। मैंने कल प्रधानमंत्री को देखा हंसते हुए, मजाक उड़ाते हुए। मैं समझ नहीं पा रहा था कि हिंदुस्तान का प्रधानमंत्री इस प्रकार से कैसे बोल सकता है। प्रधानमंत्री को यह पता नहीं लग रहा है कि हमारे देश में क्या हो रहा है। छोड़िए, नहीं जाना चाहते हैं, उसके भी कारण हैं, शायद मैं बता नहीं सकता हूं आपको। उसके कारण है, मगर अगर जा नहीं सकते हैं तो मणिपुर के बारे में बोले तो। हिंदुस्तान की आर्मी, आप सब जानते हो, सेना को आप जानते हो, जो मणिपुर में हो रहा है, हिंदुस्तान की सेना उसको 2 दिन में रोक सकती है। 3 दिन नहीं लगेंगे। अगर हिंदुस्तान की आर्मी को कहा गया कि यह तमाशा बंद करो, 2 दिन में यह तमाशा, ड्रामा बंद हो जाएगा। प्रधानमंत्री मणिपुर को जलाना चाहते हैं, आग बुझाना नहीं चाहते हैं। यह है सच्चाई। मुझे प्रधानमंत्री को जवाब देने की जरूरत नहीं है। मैं सिर्फ यह कह रहा हूं कि एक स्टेट की हत्या की गई है, भारत माता की हत्या कर दी गई है मणिपुर में। भारत माता की हत्या मणिपुर में कर दी गई और प्रधानमंत्री लोकसभा में मजाक उड़ा रहे हैं, हंस रहे हैं, नारे लगवा रहे हैं। मुझे क्या जवाब देने की जरूरत है। रुख करेंगे अगली खबर का। हजूर साहब नांदेड़ का प्रशासक बदल दिता गया। विजय सतबीर सिंह ਨੂੰ ਹੁਣ ਪ੍ਰਸ਼ਾਸਕ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਗੈਰ ਸਿੱਖ ਨੂੰ ਦਰਅਸਲ ਪ੍ਰਸ਼ਾਸਕ ਲਗਾਇਆ ਗਿਆ ਸੀਗਾ। ਗੈਰ ਸਿੱਖ ਪ੍ਰਸ਼ਾਸਕ ਲਗਾਏ ਜਾਣ ਦਾ लगातार विरोध हो रहा है। श्रोमणी कमेटी ने भी प्रशासक बदले जाने की मांग की थी। इस मामले में लैके बीजेपी आगू मनजिंदर सिंह सिरसा ने महाराष्ट्र के उप मुख्यमंत्री के नाल मुलाकात की, जिस तो बाद विजय सतबीर सिंह नूं चार्ज सौंपिया गया। सो वड्डा फेर बदल किया गया। पहला गैर सिख नूं प्रशासक लगाया गया। श्रोमणी कमेटी के वलों, श्रोमणी अकाली दल के वलों, होर वख-वख धिरां दे वलों विरोध किया गया। तो इस दे विचाले हुण मुड़ तो वड्डा बदलाव किया गया। दिल्ली से गुरुद्वारा मैनेजमेंट कमेटी के प्रधान सरदार रनमीत सिंह जी खालका और जनरल सकत्तर सरदार जगदीप सिंह जी कालों असी सारे महाराष्ट्र के उप मुख्यमंत्री देवेंद्र फडणवीस जी नूं मिलण वास्ते पहुंचे। जिहड़ा पवित्र गुरु घर गुरुद्वारा नांदेड़ साहब के बोर्ड का इशू चल रहा सी, जिहड़ा लोकल डिप्टी कमिश्नर नूं उसका एडमिनिस्ट्रेटर के तौर पर चार्ज दिता गया सीगा, उन्होंने जदों असी सारी गल दसी, उन्होंने तुरंत फैसला लिया और इमीजिएटली सरदार विजय सतबीर सिंह एक गुरसिख नूं इमीजिएटली उसका चार्ज सौंपण का फैसला लिया गया। उन्होंने कहा कि एक टैंपरेरी अरेंजमेंट के तहत बहुत सालों तो पहला तो एक चलता आ रहा सीगा कि जदों भी विच गैप हुंदा सी पीरियड, जो टर्म खत्म होंदी सी, उस तो बाद लोकल डिप्टी कमिश्नर ये चार्ज देखता सी। पर मैं इसकी सेंसिटिविटी नूं समझदा है। किसी भी सूरत अंदर महाराष्ट्र की सरकार किसी भी सिख की एक भी भावना नूं आहत नहीं होण दऊगी। असीं तुरंत ही इमीजिएटली अज तो ही राइट वे उस वेले उन्होंने गल करके तो फैसला लिया कि हुण तो ही ऑर्डर लागू होएगा और अज तो ही विजय सतबीर सिंह जो कि एक सीनियर IAS ऑफिसर रिटायर्ड ने और गुरसिख ने, उन्होंने ये जिम्मेवारी दी जाऊगी। महाराष्ट्र की सरकार वालों तख्त श्री हजूर साहब के प्रशासक के बारे दे विच फैसला वापस लैके एक सरदार नूं उत्थे जिहड़ा नियुक्ति दी गई है, एक चंगा फैसला। असीं इस फैसले ते संतुष्टि का प्रगटावा करते हैं। ਤੇ ਸਮੁੱਚੀ ਸੰਗਤ ਤੇ ਜਥੇਬੰਦੀਆਂ ਜਿਨ੍ਹਾਂ ਨੇ ਇਸ ਫੈਸਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆਵਾਜ਼ ਬੁਲੰਦ ਕੀਤੀ, ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਵੀ ਕਰਦੇ ਹਾਂ। ਤੇ ਸਰਕਾਰ ਨੂੰ ਵੀ ਇਸ ਗੱਲ ਲਈ ਅਸੀਂ
ਅਪੀਲ ਕਰਦੇ ਹਾਂ ਕਿ ਪਿਛਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਕਮੇਟੀ ਵੱਖਰੀ ਬਣਾਉਣੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਹੋਰ ਵੀ ਸਿੱਖਾਂ ਦੇ ਜਿੰਨੇ ਮਸਲੇ ਨੇ ਉਹ ਮਸਲਿਆਂ ਨੂੰ